हाँ जी, स्वागत है ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ। ਸੋ ਮਾਸਟਰ ਕੇਡਰ ਅਗਲੀ ਕਲਾਸ ਅਗਲੇ ਨਵੇਂ MCQ ਪ੍ਰਸ਼ਨ ਉੱਤਰ ਤੁਹਾਡੇ ਲਈ ਲੈ ਕੇ ਆਏ ਹਾਂ। ਸੋ ਭਾਰਤ ਦਾ ਸੰਵਿਧਾਨ ਇੰਡੀਅਨ ਕਨਸਟੀਟਿਊਸ਼ਨ ਜਿਹੜਾ ਟੌਪਿਕ ਹੈ ਉਹ ਸਟਾਰਟ ਕਰਿਆ ਹੋਇਆ। ਸੋ ਇਸ ਨਾਲ ਸੰਬੰਧਿਤ ਜੋ ਵੀ ਪ੍ਰਸ਼ਨ ਉੱਤਰ ਬਣਦੇ ਆ ਤੁਹਾਨੂੰ ਪ੍ਰੋਵਾਈਡ ਜਿਹੜੇ ਕਰ ਰਹੇ ਹਾਂ। ਸੋ ਕਲਾਸ 4 ਹੈ, ਇਸ ਤੋਂ ਪਹਿਲਾਂ 3 ਕਲਾਸਾਂ ਤੁਹਾਨੂੰ ਪ੍ਰੋਵਾਈਡ ਕੀਤੀਆਂ ਗਈਆਂ ਨੇ। ਜਿਨ੍ਹਾਂ ਨੇ ਹਾਲੇ ਤੱਕ ਰੀਡ ਨਹੀਂ ਕੀਤੀਆਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਜਾਂ ਫਿਰ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ, ਉਸ 'ਤੇ ਜਾ ਕੇ ਰੀਡ ਕਰ ਸਕਦੇ ਹੋ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ ਪ੍ਰਸ਼ਨ ਉੱਤਰ। ਤਾਂ ਪ੍ਰਸ਼ਨ ਨੰਬਰ 75 ਤੋਂ ਸਟਾਰਟ ਕਰਾਂਗੇ। ਆਜ਼ਾਦ ਭਾਰਤ ਦੀ ਸਭ ਤੋਂ ਪਹਿਲੀ ਸੰਸਦ ਕਿਸ ਨੂੰ ਮੰਨਿਆ ਜਾਂਦਾ ਹੈ? ਸੁਤੰਤਰਤਾ ਐਕਟ 1947 ਨੂੰ, ਸੰਵਿਧਾਨ ਸਭਾ ਨੂੰ, ਮਾਊਂਟਬੈਟਨ ਪਲਾਨ ਨੂੰ, ਜਾਂ ਫਿਰ ਉਪਰੋਕਤ ਵਿੱਚੋਂ ਕਿਸੇ ਨੂੰ ਵੀ ਨਹੀਂ। ਤਾਂ ਆਜ਼ਾਦ ਭਾਰਤ ਦੀ ਸਭ ਤੋਂ ਪਹਿਲੀ ਸੰਸਦ ਹੈ ਜਿਹੜੀ ਉਹ ਸੰਵਿਧਾਨ ਸਭਾ ਨੂੰ ਮੰਨਿਆ ਜਾਂਦਾ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਕਿਹੜਾ ਕਥਨ ਜਿਹੜਾ ਭਾਰਤੀ ਸੰਵਿਧਾਨ ਸਭਾ ਦੇ ਬਾਰੇ ਗਲਤ ਹੈ? ਨੀਚੇ 4 ਕਥਨ ਦਿੱਤੇ ਗਏ ਨੇ। ਇਹ ਇੱਕ ਸੰਪੂਰਨ ਪ੍ਰਭੂਸੱਤਾ ਸੰਪੰਨ ਸੰਸਥਾ ਸੀ। ਇਸ ਦਾ ਨਿਰਮਾਣ ਕ੍ਰਿਪਸ ਮਿਸ਼ਨ ਦੇ ਅੰਤਰਗਤ ਹੋਇਆ। ਸੰਵਿਧਾਨ ਸਭਾ ਨੂੰ 26 ਨਵੰਬਰ 1949 ਤੱਕ ਭਾਰਤੀ ਸੰਵਿਧਾਨ ਦੇ ਨਿਰਮਾਣ ਤੋਂ ਇਲਾਵਾ ਸਧਾਰਨ ਕਾਨੂੰਨ ਬਣਾਉਣ ਦਾ ਅਧਿਕਾਰ ਵੀ ਦਿੱਤਾ ਗਿਆ। ਮੁਸਲਿਮ ਲੀਗ ਦੇ ਮੈਂਬਰੀ ਛੱਡਣ ਤੋਂ ਬਾਅਦ ਸੰਵਿਧਾਨ ਸਭਾ ਦੇ ਮੈਂਬਰ ਦੀ ਗਿਣਤੀ 299 ਰਹਿ ਗਈ ਸੀ। ਤਾਂ ਭਾਰਤੀ ਸੰਵਿਧਾਨ ਸਭਾ ਦੇ ਬਾਰੇ ਜਿਹੜਾ ਕਥਨ ਗਲਤ ਹੈ ਉਹ ਆਪਸ਼ਨ ਆੜਾ ਆਏਗਾ। ਇਸ ਦਾ ਨਿਰਮਾਣ ਕ੍ਰਿਪਸ ਮਿਸ਼ਨ ਦੇ ਅੰਤਰਗਤ ਹੋਇਆ, ਯਾਨੀ ਕਿ ਭਾਰਤੀ ਸੰਵਿਧਾਨ ਦਾ। ਤਾਂ ਇਹ ਬਿਲਕੁਲ ਗਲਤ ਹੈ, ਬਾਕੀ ਸਹੀ ਨੇ। ਭਾਰਤੀ ਸੰਵਿਧਾਨ ਜਿਹੜਾ ਸੰਪੂਰਨ ਪ੍ਰਭੂਸੱਤਾ ਸੰਪੰਨ ਸੰਸਥਾ ਸੀ, ਇਹ ਵੀ ਸਹੀ ਹੈ। ਸੋ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਦੇ ਨਿਰਮਾਣ ਤੋਂ ਇਲਾਵਾ ਸਧਾਰਨ ਕਾਨੂੰਨ ਬਣਾਉਣ ਦਾ ਵੀ ਅਧਿਕਾਰ ਦਿੱਤਾ ਗਿਆ, ਇਹ ਵੀ ਬਿਲਕੁਲ ਸਹੀ ਸੀ। ਮੁਸਲਿਮ ਲੀਗ ਦੇ ਮੈਂਬਰੀ ਛੱਡਣ ਤੋਂ ਬਾਅਦ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਸੀ ਜਿਹੜੀ 299 ਰਹਿ ਗਈ ਸੀ, ਇਹ ਵੀ ਬਿਲਕੁਲ ਸਹੀ ਹੈ। ਸੋ ਆੜਾ ਕਥਨ ਇਹਦੇ ਵਿੱਚ ਗਲਤ ਹੈ। ਅਗਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਸਭਾ ਦੇ ਸੰਵਿਧਾਨਕ ਕਾਰਜਾਂ ਸਮੇਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਸੀ? ਡਾਕਟਰ ਰਾਜਿੰਦਰ ਪ੍ਰਸਾਦ, JB ਮਾਵਲੰਕਰ, ਡਾਕਟਰ ਭੀਮ ਰਾਓ ਅੰਬੇਦਕਰ, ਜਾਂ ਫਿਰ ਵੱਲਭ ਭਾਈ ਪਟੇਲ। ਤਾਂ ਉਹ ਵਿਅਕਤੀ ਸਨ ਜੀ ਡਾਕਟਰ ਰਾਜਿੰਦਰ ਪ੍ਰਸਾਦ, ਜੋ ਭਾਰਤੀ ਸੰਵਿਧਾਨ ਸਭਾ ਦੇ ਸੰਵਿਧਾਨਕ ਕਾਰਜਾਂ ਦੇ ਸਮੇਂ ਬੈਠਕਾਂ ਦੀ ਪ੍ਰਧਾਨਗੀ ਕਰਦੇ ਸੀ। ਆਪਸ਼ਨ ਗੂੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਸਭਾ ਦੇ ਵਿਧਾਨਕ ਕਾਰਜਾਂ ਨੂੰ ਕਾਨੂੰਨ ਬਣਾਉਣ ਸਮੇਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਸੀ? ਡਾਕਟਰ ਰਾਜਿੰਦਰ ਪ੍ਰਸਾਦ, JB ਮਾਵਲੰਕਰ, ਡਾਕਟਰ ਭੀਮ ਰਾਓ ਅੰਬੇਦਕਰ, ਜਾਂ ਵੱਲਭ ਭਾਈ ਪਟੇਲ। ਤਾਂ ਉਹ ਵਿਅਕਤੀ ਸੀਗੇ JB ਮਾਵਲੰਕਰ, ਜੋ ਭਾਰਤੀ ਸੰਵਿਧਾਨ ਸਭਾ ਦੇ ਵਿਧਾਨਕ ਕਾਰਜ ਸੀ ਜਿਹੜੇ ਤਾਂ ਕਾਨੂੰਨ ਬਣਾਉਣ ਸਮੇਂ ਬੈਠਕਾਂ ਦੀ ਪ੍ਰਧਾਨਗੀ ਕਰਦੇ ਸੀ। ਜੇਕਰ ਸੰਵਿਧਾਨਕ ਕਾਰਜਾਂ ਦੀ ਬੈਠਕਾਂ ਦੀ ਪ੍ਰਧਾਨਗੀ ਪੁੱਛਿਆ ਜਾਵੇ ਤਾਂ ਡਾਕਟਰ ਰਾਜਿੰਦਰ ਪ੍ਰਸਾਦ ਸੀਗੇ, ਅਤੇ ਜੇ ਵਿਧਾਨਕ ਕਾਰਜਾਂ ਦੀ ਹੈ ਤਾਂ JB ਮਾਵਲੰਕਰ ਸੀ। ਸੋ ਇਹ 2 ਕੁਐਸਚਨ ਬਣਦੇ ਹੈ। ਅਗਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਸਭਾ ਨੇ ਰਾਸ਼ਟਰੀ ਝੰਡੇ ਨੂੰ ਪ੍ਰਵਾਨਗੀ ਕਦੋਂ ਦਿੱਤੀ ਸੀ? 22 ਜੁਲਾਈ 1947, 22 ਅਕਤੂਬਰ 1947, 22 ਜਨਵਰੀ 1947, ਜਾਂ ਫਿਰ 26 ਜਨਵਰੀ 1947। ਤਾਂ ਇਹ ਪ੍ਰਵਾਨਗੀ ਦਿੱਤੀ ਗਈ ਸੀ ਜੀ 22 ਜੁਲਾਈ 1947 ਨੂੰ। ਰਾਸ਼ਟਰੀ ਝੰਡੇ ਨੂੰ ਪ੍ਰਵਾਨਗੀ ਜਿਹੜੀ ਦਿੱਤੀ ਗਈ ਸੀ ਭਾਰਤੀ ਸੰਵਿਧਾਨ ਸਭਾ ਨੇ 22 ਜੁਲਾਈ 1947। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਬਣੇਗਾ। ਭਾਰਤੀ ਸੰਵਿਧਾਨ ਸਭਾ ਨੇ ਰਾਸ਼ਟਰੀ ਗਾਨ ਨੈਸ਼ਨਲ ਐਂਥਮ ਨੂੰ ਕਦੋਂ ਮਾਨਤਾ ਦਿੱਤੀ ਸੀ? 24 ਜਨਵਰੀ 1950, 26 ਜਨਵਰੀ 1950, 24 ਨਵੰਬਰ 1950, ਜਾਂ ਫਿਰ 26 ਨਵੰਬਰ 1950 ਨੂੰ। ਤਾਂ ਭਾਰਤੀ ਸੰਵਿਧਾਨ ਸਭਾ ਨੇ ਰਾਸ਼ਟਰੀ ਗਾਨ ਨੈਸ਼ਨਲ ਐਂਥਮ ਨੂੰ ਜਿਹੜੀ ਮਾਨਤਾ ਸੀ 24 ਜਨਵਰੀ 1950 ਨੂੰ ਦਿੱਤੀ ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਸੋ ਜਲਦੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ। ਭਾਰਤੀ ਸੰਵਿਧਾਨ ਸਭਾ ਨੇ ਰਾਸ਼ਟਰੀ ਗੀਤ ਬੰਦੇ ਮਾਤਰਮ ਨੂੰ ਕਦੋਂ ਮਾਨਤਾ ਦਿੱਤੀ? 24 ਜਨਵਰੀ 1950, 26 ਜਨਵਰੀ 1950, 24 ਨਵੰਬਰ 1950, ਜਾਂ ਫਿਰ 26 ਨਵੰਬਰ 1950। ਤਾਂ ਰਾਸ਼ਟਰੀ ਗੀਤ ਨੂੰ ਮਾਨਤਾ ਮਿਲੀ ਸੀ ਜਿਹੜੀ 24 ਨਵੰਬਰ 1950 ਨੂੰ ਸੀ। ਸੋ ਇਹਨਾਂ 'ਚੋਂ ਇੱਕ ਕੁਐਸਚਨ ਪੱਕਾ ਪੁੱਛਿਆ ਜਾ ਸਕਦਾ ਹੈ, ਰਾਸ਼ਟਰੀ ਝੰਡੇ 'ਤੇ, ਰਾਸ਼ਟਰੀ ਗਾਨ 'ਤੇ, ਜਾਂ ਰਾਸ਼ਟਰੀ ਗੀਤ 'ਤੇ। ਇਹਨਾਂ 'ਚੋਂ ਇੱਕ ਕੁਐਸਚਨ ਜ਼ਰੂਰ ਆ ਸਕਦਾ ਹੈ, ਸੋ ਧਿਆਨ ਨਾਲ ਰੀਡ ਕਰਿਓ। ਅਗਲਾ ਪ੍ਰਸ਼ਨ ਹੈ, ਭਾਰਤ ਦਾ ਪਹਿਲਾ ਰਾਸ਼ਟਰਪਤੀ ਕੌਣ ਸੀ? ਪੰਜਾਬ ਟੈਟ ਦੇ ਵਿੱਚ ਇਹ ਵੀ ਕੁਐਸਚਨ ਪੁੱਛਿਆ ਗਿਆ ਸੀ। ਡਾਕਟਰ ਰਾਜਿੰਦਰ ਪ੍ਰਸਾਦ, ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ, ਜਾਂ ਫਿਰ ਡਾਕਟਰ S ਰਾਧਾ ਕ੍ਰਿਸ਼ਨਨ। ਤਾਂ ਭਾਰਤ ਦਾ ਪਹਿਲਾ ਰਾਸ਼ਟਰਪਤੀ ਜਿਹੜਾ ਡਾਕਟਰ ਰਾਜਿੰਦਰ ਪ੍ਰਸਾਦ ਸੀਗਾ। ਸੋ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਹੋਏ ਨੇ। ਡਾਕਟਰ S ਰਾਧਾ ਕ੍ਰਿਸ਼ਨਨ ਸੀ ਜਿਹੜੇ
ਉਪ ਰਾਸ਼ਟਰਪਤੀ ਹੋਏ ਨੇ। ਸੋ ਆਪਸ਼ਨ ਊੜਾ ਸਾਡਾ ਰਾਈਟ ਆਨਸਰ ਬਣੇਗਾ। ਭਾਰਤੀ ਸੰਵਿਧਾਨ ਸਭਾ ਨੇ ਡਾਕਟਰ ਰਜਿੰਦਰ ਪ੍ਰਸਾਦ ਨੂੰ ਭਾਰਤੀ ਰਾਸ਼ਟਰਪਤੀ ਦੇ ਤੌਰ 'ਤੇ ਕਦੋਂ ਚੁਣਿਆ ਸੀ? 22 ਜਨਵਰੀ 1950 ਨੂੰ, 24 ਜਨਵਰੀ 1950 ਨੂੰ, 31 ਜਨਵਰੀ 1950 ਨੂੰ ਜਾਂ ਫਿਰ 26 ਨਵੰਬਰ 1950 ਨੂੰ। ਤਾਂ ਇਹ ਚੁਣਿਆ ਸੀਗਾ ਜੀ 24 ਜਨਵਰੀ 1950 ਨੂੰ। ਭਾਰਤੀ ਜੋ ਸੰਵਿਧਾਨ ਸਭਾ ਸੀ ਤਾਂ ਇਸ ਨੇ ਡਾਕਟਰ ਰਜਿੰਦਰ ਪ੍ਰਸਾਦ ਨੂੰ ਭਾਰਤੀ ਰਾਸ਼ਟਰਪਤੀ ਦੇ ਤੌਰ 'ਤੇ ਚੁਣਿਆ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਸਭਾ ਦੇ ਕੁੱਲ ਕਿੰਨੇ ਸੈਸ਼ਨ ਹੋਏ ਸਨ? 9, 10, 11 ਜਾਂ ਫਿਰ 12। ਤਾਂ ਭਾਰਤੀ ਸੰਵਿਧਾਨ ਸਭਾ ਦੇ ਕੁੱਲ ਸੈਸ਼ਨ ਸੀ ਜਿਹੜੇ ਉਹ 11 ਹੋਏ ਸੀ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਭਾਰਤੀ ਸੰਵਿਧਾਨ ਦਾ ਨਿਰਮਾਣ ਕਿੰਨੇ ਸਮੇਂ ਵਿੱਚ ਹੋਇਆ ਸੀ? ਇਹ ਕੁਐਸਚਨ ਪੱਕਾ ਪੁੱਛਿਆ ਜਾਂਦਾ ਹੈ। 2 ਸਾਲ 11 ਮਹੀਨੇ 18 ਦਿਨ, 2 ਸਾਲ 10 ਮਹੀਨੇ 19 ਦਿਨ, 2 ਸਾਲ 10 ਮਹੀਨੇ 19 ਦਿਨ ਜਾਂ 2 ਸਾਲ 8 ਮਹੀਨੇ 15 ਦਿਨ। ਤਾਂ ਭਾਰਤੀ ਸੰਵਿਧਾਨ ਦਾ ਨਿਰਮਾਣ ਸੀ ਜਿਹੜਾ ਆਪਸ਼ਨ ਊੜਾ 2 ਸਾਲ 11 ਮਹੀਨੇ ਅਤੇ 18 ਦਿਨਾਂ ਦੇ ਵਿੱਚ ਹੋਇਆ ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਸਭਾ ਦਾ ਅੰਤਮ ਸੈਸ਼ਨ ਕਦੋਂ ਹੋਇਆ ਸੀ? ਆਖਰੀ ਸੈਸ਼ਨ 26 ਜਨਵਰੀ 1950, 24 ਜਨਵਰੀ 1950, 30 ਜਨਵਰੀ 1950 ਜਾਂ ਫਿਰ 26 ਨਵੰਬਰ 1950 ਨੂੰ। ਤਾਂ ਭਾਰਤੀ ਸੰਵਿਧਾਨ ਸਭਾ ਸੀ ਜੋ ਉਹਦਾ ਆਖਰੀ ਸੈਸ਼ਨ ਸੀ ਜਿਹੜਾ 24 ਜਨਵਰੀ 1950 ਨੂੰ ਹੋਇਆ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਸੰਘੀ ਸ਼ਕਤੀਆਂ ਦੀ ਕਮੇਟੀ ਯੂਨੀਅਨ ਪਾਵਰਜ਼ ਕਮੇਟੀ ਦਾ ਪ੍ਰਧਾਨ ਕੌਣ ਸੀ? ਡਾਕਟਰ ਰਜਿੰਦਰ ਪ੍ਰਸਾਦ, ਜਵਾਹਰ ਲਾਲ ਨਹਿਰੂ, ਡਾਕਟਰ ਭੀਮ ਰਾਓ ਅੰਬੇਦਕਰ ਜਾਂ ਫਿਰ ਸਰਦਾਰ ਵੱਲਭ ਭਾਈ ਪਟੇਲ। ਤਾਂ ਯੂਨੀਅਨ ਪਾਵਰਜ਼ ਕਮੇਟੀ ਦਾ ਜੋ ਪ੍ਰਧਾਨ ਸੀ ਜਿਹਨੂੰ ਆਪਾਂ ਸੰਘੀ ਸ਼ਕਤੀਆਂ ਕਹਿੰਦੇ ਆ ਤਾਂ ਉਹ ਜਵਾਹਰ ਲਾਲ ਨਹਿਰੂ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਜਵਾਹਰ ਲਾਲ ਨਹਿਰੂ ਹੇਠਾਂ ਦਿੱਤੀਆਂ ਕਮੇਟੀਆਂ ਵਿੱਚੋਂ ਕਿਸ ਦੇ ਪ੍ਰਧਾਨ ਸਨ? ਨੀਚੇ ਕਮੇਟੀਆਂ ਦੇ ਨਾਮ ਨੇ ਸੰਘੀ ਸ਼ਕਤੀਆਂ ਦੀ ਕਮੇਟੀ, ਸੰਘੀ ਸੰਵਿਧਾਨ ਕਮੇਟੀ ਜਾਂ ਊੜਾ ਤੇ ਆੜਾ ਦੋਨੋਂ ਜਾਂ ਫਿਰ ਖਰੜਾ ਕਮੇਟੀ। ਤਾਂ ਇਹਦਾ ਰਾਈਟ ਆਨਸਰ ਬਣੇਗਾ ਜੀ ਆਪਸ਼ਨ ਈਡੀ ਊੜਾ ਅਤੇ ਆੜਾ। ਤਾਂ ਜੋ ਜਵਾਹਰ ਲਾਲ ਨਹਿਰੂ ਸੀ ਤਾਂ ਇਹ ਸੰਘੀ ਸ਼ਕਤੀਆਂ ਦੀ ਕਮੇਟੀ ਅਤੇ ਸੰਘੀ ਸੰਵਿਧਾਨ ਕਮੇਟੀ ਇਹਨਾਂ ਦੇ ਪ੍ਰਧਾਨ ਸੀ ਦੋਨਾਂ ਦੇ। ਆਪਸ਼ਨ ਈਡੀ ਰਾਈਟ ਆਨਸਰ ਬਣੇਗਾ। ਖਰੜਾ ਕਮੇਟੀ ਦੇ ਪ੍ਰਧਾਨ ਨਹੀਂ ਸੀ। ਅੱਗੇ ਕੁਐਸਚਨ ਪਿਆ ਖਰੜਾ ਕਮੇਟੀ ਦੇ ਪ੍ਰਧਾਨ ਕੌਣ ਸੀਗੇ? ਤਾਂ ਇਹ ਸੀਗੇ ਜੀ ਡਾਕਟਰ ਭੀਮ ਰਾਓ ਅੰਬੇਦਕਰ। ਖਰੜਾ ਕਮੇਟੀ ਦੇ ਭੀਮ ਰਾਓ ਅੰਬੇਦਕਰ ਸੀ। ਸੰਘੀ ਸ਼ਕਤੀਆਂ ਅਤੇ ਸੰਘੀ ਸੰਵਿਧਾਨ ਕਮੇਟੀ ਤਾਂ ਇਸ ਦੇ ਜੋ ਪ੍ਰਧਾਨ ਸੀ ਜਵਾਹਰ ਲਾਲ ਨਹਿਰੂ ਸੀ। ਸੋ ਅਕਸਰ ਖਰੜਾ ਕਮੇਟੀ ਦਾ ਕੁਐਸਚਨ ਜ਼ਿਆਦਾ ਵਾਰ ਐਗਜ਼ਾਮ ਦੇ ਵਿੱਚ ਜਿਹੜਾ ਪੁੱਛਿਆ ਗਿਆ। ਪ੍ਰਾਂਤਿਕ ਸੰਵਿਧਾਨ ਕਮੇਟੀ ਦਾ ਪ੍ਰਧਾਨ ਕੌਣ ਸੀਗਾ? ਡਾਕਟਰ ਰਜਿੰਦਰ ਪ੍ਰਸਾਦ। ਸੋ ਇਹ ਤਾਂ ਨਹੀਂ ਆਏਗਾ। ਜਵਾਹਰ ਲਾਲ ਨਹਿਰੂ ਇਹ ਵੀ ਨਹੀਂ ਆਏਗਾ। ਭੀਮ ਰਾਓ ਅੰਬੇਦਕਰ ਆਪਾਂ ਇਹ ਵੀ ਪੜ੍ਹ ਲਿਆ, ਇਹ ਵੀ ਨਹੀਂ ਆਏਗਾ। ਤਾਂ ਸਰਦਾਰ ਵੱਲਭ ਭਾਈ ਪਟੇਲ ਜੋ ਪ੍ਰਾਂਤਿਕ ਸੰਵਿਧਾਨ ਕਮੇਟੀ ਦੇ ਪ੍ਰਧਾਨ ਸੀ। ਖਰੜਾ ਕਮੇਟੀ ਦਾ ਗਠਨ ਜਿਹਨੂੰ ਡਰਾਫਟਿੰਗ ਕਮੇਟੀ ਕਿਹਾ ਜਾਂਦਾ ਹੈ ਕਦੋਂ ਕੀਤਾ ਗਿਆ ਸੀ? 29 ਜੁਲਾਈ 1947, 22 ਜੁਲਾਈ 1947, 29 ਅਗਸਤ 1947 ਜਾਂ ਫਿਰ 30 ਜੂਨ 1947। ਤਾਂ ਖਰੜਾ ਕਮੇਟੀ ਦਾ ਗਠਨ ਸੀ ਜਿਹੜਾ ਉਹ 29 ਅਗਸਤ 1947 ਨੂੰ ਕੀਤਾ ਗਿਆ ਸੀ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਖਰੜਾ ਕਮੇਟੀ ਦੇ ਕੁੱਲ ਕਿੰਨੇ ਮੈਂਬਰ ਸਨ? 5, 6, 3 ਜਾਂ ਫਿਰ 7। ਤਾਂ ਖਰੜਾ ਕਮੇਟੀ ਦੇ 7 ਮੈਂਬਰ ਸੀਗੇ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਇਹਨਾਂ ਵਿੱਚੋਂ ਕੌਣ ਖਰੜਾ ਕਮੇਟੀ ਦਾ ਮੈਂਬਰ ਨਹੀਂ ਸੀ? KM ਮੁਨਸ਼ੀ, ਸੈयद ਮੁਹੰਮਦ ਹਿਦਾਇਤੁੱਲਾ, TT ਕ੍ਰਿਸ਼ਨਾਮਚਾਰੀ ਜਾਂ ਫਿਰ ਡਾਕਟਰ ਰਜਿੰਦਰ ਪ੍ਰਸਾਦ। ਤਾਂ ਇਹਦੇ ਵਿੱਚ ਹੈ ਜਿਹੜਾ ਡਾਕਟਰ ਰਜਿੰਦਰ ਪ੍ਰਸਾਦ ਖਰੜਾ ਕਮੇਟੀ ਦਾ ਮੈਂਬਰ ਸੀ ਜਿਹੜਾ ਨਹੀਂ ਸੀ। ਤਾਂ ਆਪਸ਼ਨ ਸੱਸਾ ਜਿਹੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਕਦੋਂ ਪਾਸ ਕੀਤਾ ਗਿਆ? 26 ਨਵੰਬਰ 1946, 24 ਜਨਵਰੀ 1949, 26 ਨਵੰਬਰ 1950 ਜਾਂ ਫਿਰ 26 ਨਵੰਬਰ 1949 ਨੂੰ।
ਤਾਂ ਭਾਰਤੀ ਸੰਵਿਧਾਨ ਸੀ ਜਿਹੜਾ 26 ਨਵੰਬਰ 1949 ਨੂੰ ਪਾਸ ਕੀਤਾ ਗਿਆ ਸੀ। ਸੋ ਭਾਰਤੀ ਸੰਵਿਧਾਨ 'ਤੇ ਇਹਨੂੰ ਪਾਸ ਕਰਨ ਨੂੰ ਲੈ ਕੇ, ਲਾਗੂ ਕਰਨ ਨੂੰ ਲੈ ਕੇ, ਮਾਨਤਾ ਨੂੰ ਲੈ ਕੇ ਕੋਈ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ। ਭਾਰਤੀ ਸੰਵਿਧਾਨ ਦਾ ਪਿਤਾ ਕਿਸ ਨੂੰ ਮੰਨਿਆ ਜਾਂਦਾ ਹੈ? ਤਾਂ ਇਹਦਾ ਆਨਸਰ ਤੁਹਾਨੂੰ ਪਤਾ ਹੀ ਹੋਏਗਾ। ਆਪਸ਼ਨ ਈ ਡੀ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਭਾਰਤੀ ਸੰਵਿਧਾਨ ਦਾ ਪਿਤਾਮਾ ਜਿਹੜਾ ਮੰਨਿਆ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਹੇਠਾਂ ਦੇ ਵਿੱਚੋਂ ਕਿਸ ਨੂੰ ਮਾਡਰਨ ਮੰਨੂ ਕਿਹਾ ਜਾਂਦਾ ਹੈ? ਡਾਕਟਰ ਰਾਜਿੰਦਰ ਪ੍ਰਸਾਦ ਨੂੰ, ਡਾਕਟਰ ਸਤਿਆਨੰਦ ਸਿਨਹਾ ਨੂੰ, ਡਾਕਟਰ ਭੀਮ ਰਾਓ ਅੰਬੇਦਕਰ ਨੂੰ ਜਾਂ ਫਿਰ ਸਰਦਾਰ ਵੱਲਭ ਭਾਈ ਪਟੇਲ ਨੂੰ। ਤਾਂ ਮਾਡਰਨ ਮੰਨੂ ਹੈ ਜਿਹੜਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੂੰ ਕਿਹਾ ਜਾਂਦਾ ਹੈ। ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਮੋਸਟ ਇੰਪੋਰਟੈਂਟ ਹੈ, ਕੈਬਨਿਟ ਮਿਸ਼ਨ ਦੇ ਮੈਂਬਰਾਂ ਦੇ ਨਾਮ ਕਿਹੜੇ ਕਿਹੜੇ ਸੀਗੇ? ਲਾਰਡ ਪੈਂਥਿਕ ਲਾਰੈਂਸ, ਸਰ ਸਟੈਫੋਰਡ ਕ੍ਰਿਪਸ, ਏ ਵੀ ਅਲੈਗਜ਼ੈਂਡਰ ਜਾਂ ਉਪਰੋਕਤ ਸਾਰੇ। ਤਾਂ ਕੈਬਨਿਟ ਮਿਸ਼ਨ ਦੇ ਮੈਂਬਰਾਂ ਦੇ ਨਾਮ ਸੀ ਇਹ ਸਾਰੇ ਸੀਗੇ, ਜਿਹਦੇ ਵਿੱਚ ਲਾਰਡ ਪੈਂਥਿਕ ਲਾਰੈਂਸ ਵੀ ਆ ਜਾਂਦਾ ਹੈ, ਸਰ ਸਟੈਫੋਰਡ ਕ੍ਰਿਪਸ ਵੀ ਆ ਜਾਂਦਾ ਹੈ, ਏ ਵੀ ਅਲੈਗਜ਼ੈਂਡਰ ਵੀ ਆ ਜਾਂਦਾ ਹੈ। ਤਾਂ ਆਪਸ਼ਨ ਸਸਤਾ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਕਿਸ ਨੇ ਭਾਰਤੀ ਸੰਵਿਧਾਨ ਨੂੰ ਰਾਸ਼ਟਰ ਦਾ ਕਾਰਨਰ ਸਟੋਨ ਮੰਨਿਆ? ਲਾਸਕੀ, ਸ਼ੀਲੇ, ਅਰਸਤੂ ਜਾਂ ਫਿਰ ਗ੍ਰੇਨਵਿਲ ਆਸਟਿਨ ਨੂੰ। ਤਾਂ ਇਹ ਮੰਨਿਆ ਜੀ ਗ੍ਰੇਨਵਿਲ ਆਸਟਿਨ ਨੂੰ ਭਾਰਤੀ ਸੰਵਿਧਾਨ ਨੂੰ ਰਾਸ਼ਟਰ ਦਾ ਕਾਰਨਰ ਸਟੋਨ ਹੈ ਜਿਹੜਾ ਮੰਨਿਆ, ਤਾਂ ਉਹ ਸੀਗੇ ਗ੍ਰੇਨਵਿਲ ਆਸਟਿਨ। ਕਿਸ ਸੰਵਿਧਾਨਕ ਸੋਧ ਨੂੰ ਮਿੰਨੀ ਸੰਵਿਧਾਨ ਕਿਹਾ ਜਾਂਦਾ ਹੈ? ਇਹ ਇੰਪੋਰਟੈਂਟ ਕੁਐਸਚਨ ਹੈ ਜੀ, ਜ਼ਰੂਰ ਧਿਆਨ 'ਚ ਰੱਖਿਓ। ਮਿੰਨੀ ਸੰਵਿਧਾਨ ਕਿਹੜੀ ਸੋਧ ਨੂੰ ਕਿਹਾ ਜਾਂਦਾ ਹੈ? 1976 ਦੀ 42ਵੀਂ ਸੋਧ, 1956 ਦੀ 7ਵੀਂ ਸੋਧ, 1977 ਦੀ 44ਵੀਂ ਸੋਧ, 2011 ਦੀ 91ਵੀਂ ਸੋਧ। ਤਾਂ ਇਹ ਕਿਹਾ ਜਾਂਦਾ ਜੀ 1976 ਦੀ 42ਵੀਂ ਸੋਧ ਨੂੰ ਮਿੰਨੀ ਸੰਵਿਧਾਨ ਹੈ ਜਿਹੜਾ ਕਿਹਾ ਜਾਂਦਾ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਵਿਸ਼ਵ ਵਿੱਚ ਸਭ ਤੋਂ ਪਹਿਲਾਂ ਲਿਖਤੀ ਸੰਵਿਧਾਨ ਕਿਸ ਦੇਸ਼ ਦਾ ਸੀਗਾ? ਵਿਸ਼ਵ ਦੇ ਵਿੱਚ ਪੁੱਛਿਆ ਗਿਆ ਸਭ ਤੋਂ ਪਹਿਲਾਂ ਭਾਰਤ, ਸੰਯੁਕਤ ਰਾਜ ਅਮਰੀਕਾ, ਸਵਿਟਜ਼ਰਲੈਂਡ ਜਾਂ ਫਿਰ ਫਰਾਂਸ। ਤਾਂ ਇਹ ਸੀਗਾ ਜੀ ਸੰਯੁਕਤ ਰਾਜ ਅਮਰੀਕਾ ਦਾ ਵਿਸ਼ਵ ਦੇ ਵਿੱਚ ਸਭ ਤੋਂ ਪਹਿਲਾ ਲਿਖਤੀ ਸੰਵਿਧਾਨ ਸੀਗਾ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਅਲਿਖਤੀ ਸੰਵਿਧਾਨ ਕਿਹੜੇ ਦੇਸ਼ ਦਾ ਹੈ? ਭਾਰਤ, ਇੰਗਲੈਂਡ, ਫਰਾਂਸ ਜਾਂ ਫਿਰ ਰੂਸ ਦਾ। ਤਾਂ ਅਲਿਖਤੀ ਸੰਵਿਧਾਨ ਸੀਗਾ ਜੀ ਇੰਗਲੈਂਡ ਦਾ। ਆਪਸ਼ਨ ਈ ਡੀ ਲਿਖਤੀ ਤੇ ਅਲਿਖਤੀ ਇਹਨਾਂ ਵਿੱਚੋਂ ਕੋਈ ਵੀ ਪੁੱਛਿਆ ਜਾ ਸਕਦਾ ਹੈ। ਪਹਿਲਾ ਲਿਖਤੀ ਸੰਵਿਧਾਨ ਸੀ ਸੰਯੁਕਤ ਰਾਜ ਅਮਰੀਕਾ ਦਾ ਅਤੇ ਅਲਿਖਤੀ ਸੰਵਿਧਾਨ ਸੀ ਜਿਹੜਾ ਉਹ ਇੰਗਲੈਂਡ ਦੇਸ਼ ਦਾ ਸੀ। ਸੰਵਿਧਾਨ ਦੇ ਵਿੱਚ ਮੂਲ ਰੂਪ ਵਿੱਚ ਕਿੰਨੇ ਅਨੁਛੇਦ ਨੇ? ਤਾਂ ਇਹ ਨੇ ਜੀ 395, ਪਰ ਪ੍ਰੈਜ਼ੈਂਟ ਦੇ ਹਿਸਾਬ ਨਾਲ ਡਿਵਾਈਡ ਜ਼ਰੂਰ ਕਰ ਲਿਓ। ਅੱਗੇ ਕੁਐਸਚਨ ਆਉਣਗੇ, ਸੰਵਿਧਾਨ ਵਿੱਚ ਮੂਲ ਰੂਪ ਵਿੱਚ ਕਿੰਨੀਆਂ ਅਨੁਸੂਚੀਆਂ ਨੇ? ਤਾਂ 8। ਅਗਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਉੱਪਰ ਕਿਸ ਐਕਟ ਦਾ ਪ੍ਰਭਾਵ ਸੀ? 1919 ਦੇ ਐਕਟ ਦਾ, 1909 ਦੇ ਐਕਟ ਦਾ, 1833 ਦੇ ਐਕਟ ਦਾ ਜਾਂ ਫਿਰ 1935 ਦੇ ਐਕਟ ਦਾ। ਤਾਂ ਭਾਰਤੀ ਸੰਵਿਧਾਨ ਦੇ ਉੱਪਰ 1935 ਦਾ ਜੋ ਚਾਰਟਰ ਐਕਟ ਸੀਗਾ ਇਸ ਦਾ ਪ੍ਰਭਾਵ ਸੀਗਾ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਭਾਰਤੀ ਸੰਵਿਧਾਨ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ 1935 ਦੇ ਐਕਟ ਤੋਂ ਲਈਆਂ ਗਈਆਂ ਸਨ? ਫੈਡਰਲ ਸਕੀਮ, ਗਵਰਨਰ ਦਾ ਪਦ, ਸਰਵਿਸ ਕਮਿਸ਼ਨ ਜਾਂ ਫਿਰ ਉਪਰੋਕਤ ਸਾਰੇ। ਤਾਂ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਸੀ ਜਿਹੜੀਆਂ 1935 ਦੇ ਐਕਟ ਤੋਂ ਲਈਆਂ ਗਈਆਂ ਸੀ, ਸਾਰੀਆਂ ਲਈਆਂ ਗਈਆਂ ਸੀ। ਕਿਹੜੀਆਂ ਕਿਹੜੀਆਂ ਸੀ? ਫੈਡਰਲ ਸਕੀਮ, ਗਵਰਨਰ ਦਾ ਪਦ ਜਾਂ ਫਿਰ ਅਤੇ ਸਰਵਿਸ ਕਮਿਸ਼ਨ। ਸੋ ਤਿੰਨੋਂ ਆ ਜਾਣਗੀਆਂ ਜੋ 1935 ਦੇ ਐਕਟ ਤੋਂ ਲਈਆਂ ਗਈਆਂ ਸੀ। ਅਗਲਾ ਪ੍ਰਸ਼ਨ ਹੈ, ਸੰਸਦੀ ਸਰਕਾਰ ਅਤੇ ਕਾਨੂੰਨ ਦੇ ਸ਼ਾਸਨ ਦਾ ਸਿਧਾਂਤ ਕਿਸ ਦੇਸ਼ ਤੋਂ ਲਿਆ ਗਿਆ? ਇੰਗਲੈਂਡ, ਅਮਰੀਕਾ, ਆਇਰਲੈਂਡ ਜਾਂ ਫਿਰ ਉੱਪਰੋਂ 1935 ਦਾ ਐਕਟ। ਤਾਂ ਸੰਸਦੀ ਸਰਕਾਰ ਅਤੇ ਕਾਨੂੰਨ ਦੇ ਸ਼ਾਸਨ ਦਾ ਸਿਧਾਂਤ ਹੈ ਜਿਹੜਾ ਉਹ ਇੰਗਲੈਂਡ ਤੋਂ ਲਿਆ ਗਿਆ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਸਭਾ ਨੇ ਅਮਰੀਕਾ ਦੇ ਸੰਵਿਧਾਨ ਤੋਂ ਕਿਹੜੇ ਸੰਕਲਪ ਹੈ ਜਿਹੜੇ ਲਏ ਸੀ?
ਮੌਲਿਕ ਅਧਿਕਾਰ, ਸੁਤੰਤਰ ਨਿਆਂ ਪ੍ਰਣਾਲੀ, ਰਾਸ਼ਟਰਪਤੀ ਦੇ ਮਹਾਂਦੋਸ਼ ਜਾਂ ਉਪਰੋਕਤ ਸਾਰੇ। ਤਾਂ ਤਿੰਨੋਂ ਸੰਕਲਪ ਹੈ ਜਿਹੜੇ ਲਏ ਗਏ ਸੀ ਭਾਰਤੀ ਸੰਵਿਧਾਨ ਸਭਾ ਨੇ ਅਮਰੀਕਾ ਤੋਂ। ਮੌਲਿਕ ਅਧਿਕਾਰ ਆ ਗਏ, ਸੁਤੰਤਰ ਨਿਆਂ ਪ੍ਰਣਾਲੀ ਆ ਗਈ ਅਤੇ ਰਾਸ਼ਟਰਪਤੀ ਤੇ ਮਹਾਂਦੋਸ਼। ਸੋ ਉਪਰੋਕਤ ਸਾਰੇ ਆਪਸ਼ਨ ਸਸਤਾ ਸਾਡਾ ਰਾਈਟ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਸ ਦੇਸ਼ ਤੋਂ ਲਏ ਗਏ ਹਨ? ਆਇਰਲੈਂਡ, ਰੂਸ, ਫਰਾਂਸ ਜਾਂ ਫਿਰ ਇੰਗਲੈਂਡ ਤੋਂ। ਤਾਂ ਮੋਸਟ ਇੰਪੋਰਟੈਂਟ ਕੁਐਸਚਨ ਹੈ, ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਅਕਸਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ। ਤਾਂ ਇਹ ਲਏ ਗਏ ਸੀਗੇ ਜੀ ਆਇਰਲੈਂਡ ਤੋਂ। ਅਗਲਾ ਪ੍ਰਸ਼ਨ ਹੈ ਸੰਘਾਤਮਕ ਸ਼ਾਸਨ ਪ੍ਰਣਾਲੀ ਦਾ ਸਿਧਾਂਤ ਕਿਸ ਦੇਸ਼ ਤੋਂ ਲਿਆ ਗਿਆ ਹੈ? ਆਇਰਲੈਂਡ, ਰੂਸ, ਫਰਾਂਸ ਜਾਂ ਫਿਰ ਕੈਨੇਡਾ ਤੋਂ। ਤਾਂ ਇਹ ਲਿਆ ਗਿਆ ਜੀ ਕੈਨੇਡਾ ਤੋਂ। ਆਪਸ਼ਨ ਸੱਸਾ ਸੰਘਾਤਮਕ ਸ਼ਾਸਨ ਪ੍ਰਣਾਲੀ ਹੈ ਜਿਹੜੀ ਇਹਦਾ ਸਿਧਾਂਤ ਹੈ ਤਾਂ ਕੈਨੇਡਾ ਤੋਂ ਲਿਆ ਗਿਆ। ਨੀਤੀ ਨਿਰਦੇਸ਼ਕ ਸਿਧਾਂਤ ਨੇ ਆਇਰਲੈਂਡ ਤੋਂ ਲਏ ਗਏ ਨੇ। ਅਗਲਾ ਪ੍ਰਸ਼ਨ ਹੈ ਹੇਠਾਂ ਦਿੱਤੇ ਵਿੱਚੋਂ ਕਿਹੜਾ ਸਿਧਾਂਤ ਆਸਟ੍ਰੇਲੀਆ ਦੇ ਸੰਵਿਧਾਨ ਤੋਂ ਲਿਆ ਗਿਆ? ਨੀਤੀ ਨਿਰਦੇਸ਼ਕ, ਸੰਘਾਤਮਕ ਸ਼ਾਸਨ ਪ੍ਰਣਾਲੀ। ਸੋ ਇਹ ਦੋਨੋਂ ਕੁਐਸਚਨ ਆਪਾਂ ਹੁਣੇ ਉੱਪਰ ਪਏ ਨੇ ਪੜ੍ਹ ਕੇ ਹਟਿਆ। ਸੰਵਰਤੀ ਸੂਚੀ ਜਾਂ ਫਿਰ ਮੌਲਿਕ ਅਧਿਕਾਰ। ਤਾਂ ਮੌਲਿਕ ਅਧਿਕਾਰ ਇਸ ਤੋਂ ਪਹਿਲਾਂ ਪੜ੍ਹ ਚੁੱਕੇ ਹਾਂ। ਤਾਂ ਸੰਵਰਤੀ ਸੂਚੀ ਹੈ ਜਿਹੜੀ ਆਸਟ੍ਰੇਲੀਆ ਦੇ ਸੰਵਿਧਾਨ ਤੋਂ ਲਈ ਗਈ ਹੈ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅੱਗੇ ਕਾਲਮ ਵਾਲਾ ਇਹਨੂੰ ਛੱਡ ਦਿਓ। ਅਗਲਾ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਆਰੰਭ ਕਿਹੜੇ ਸ਼ਬਦਾਂ ਨਾਲ ਹੋਇਆ? ਅਸੀਂ ਭਾਰਤ ਦੇ ਲੋਕ, ਅਸੀਂ ਇੰਡੀਆ ਦੇ ਲੋਕ, ਅਸੀਂ ਹਿੰਦੁਸਤਾਨ ਦੇ ਲੋਕ ਜਾਂ ਫਿਰ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਪ੍ਰਸਤਾਵਨਾ ਦਾ ਆਰੰਭ ਹੈ ਜਿਹੜਾ ਅਸੀਂ ਭਾਰਤ ਦੇ ਲੋਕ ਇਹਨਾਂ ਸ਼ਬਦਾਂ ਨਾਲ ਹੋਇਆ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਭਾਰਤੀ ਪ੍ਰਸਤਾਵਨਾ ਦੇ ਵਿੱਚ ਮੂਲ ਰੂਪ ਵਿੱਚ ਸ਼ਾਮਲ ਸੀ, ਕੀ ਸ਼ਾਮਲ ਸੀਗਾ? ਪ੍ਰਭੂਸੱਤਾ ਸੰਪੰਨ ਰਾਜ, ਲੋਕਤੰਤਰੀ ਰਾਜ, ਗਣਰਾਜ ਜਾਂ ਉਪਰੋਕਤ ਸਾਰੇ। ਤਾਂ ਭਾਰਤੀ ਪ੍ਰਸਤਾਵਨਾ ਦੇ ਵਿੱਚ ਮੂਲ ਰੂਪ ਦੇ ਵਿੱਚ ਉਪਰੋਕਤ ਸਾਰੇ ਸੀ ਜਿਹੜੇ ਸ਼ਾਮਲ ਸੀਗੇ। ਇਹਦੇ ਵਿੱਚ ਪ੍ਰਭੂਸੱਤਾ ਸੰਪੰਨ ਰਾਜ ਆ ਗਿਆ, ਲੋਕਤੰਤਰੀ ਰਾਜ ਆ ਗਿਆ ਅਤੇ ਗਣਰਾਜ ਆ ਗਿਆ। ਤਾਂ ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸੋਧ ਕਦੋਂ ਕੀਤੀ ਗਈ ਸੀ? 1976, 1977, 1978 ਜਾਂ ਫਿਰ 1979 ਦੇ ਵਿੱਚ। ਤਾਂ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਸੋਧ ਹੈ ਜਿਹੜੀ 1976 ਦੇ ਵਿੱਚ ਕੀਤੀ ਗਈ ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਕਿਹੜੀ ਸੋਧ ਹੈ ਜਿਹੜੀ ਕੀਤੀ ਗਈ ਸੀ? 40ਵੀਂ, 42ਵੀਂ, 44ਵੀਂ ਜਾਂ ਫਿਰ 52ਵੀਂ ਸੋਧ। ਤਾਂ ਭਾਰਤੀ ਸੰਵਿਧਾਨ ਦੀ ਜੋ ਪ੍ਰਸਤਾਵਨਾ ਸੀ ਤਾਂ ਇਸ ਦੇ ਵਿੱਚ 42ਵੀਂ ਸੋਧ ਹੈ ਜਿਹੜੀ ਕੀਤੀ ਗਈ ਸੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀਗੇ। ਸੋ ਕੱਲ੍ਹ ਨੂੰ ਭਾਰਤੀ ਸੰਵਿਧਾਨ ਨਾਲ ਸੰਬੰਧਿਤ ਸਾਰੇ ਕੁਐਸਚਨ ਜਿਹੜੇ ਕੱਲ੍ਹ ਵਾਲੇ ਭਾਗ ਦੇ ਵਿੱਚ ਕੰਪਲੀਟ ਹੋ ਜਾਣਗੇ। ਇਸ ਤੋਂ ਬਾਅਦ ਅਗਲੇ ਨਵੇਂ ਟੌਪਿਕ 'ਤੇ ਤੁਹਾਨੂੰ ਪ੍ਰਸ਼ਨ ਉੱਤਰ ਹੈ ਜਿਹੜੇ ਪ੍ਰੋਵਾਈਡ ਕਰਾਂਗੇ। ਸੋ ਅਗਲਾ ਜਿਹੜਾ ਆਪਣਾ ਟੌਪਿਕ ਹੋਏਗਾ ਮੌਲਿਕ ਅਧਿਕਾਰ ਅਤੇ ਮੌਲਿਕ ਕਰਤੱਵ। ਤਾਂ ਇਹਦੇ ਵਿੱਚ ਜੋ ਵੀ ਕੁਐਸਚਨ ਬਣਦੇ ਆ ਇਹਨਾਂ ਨਾਲ ਸੰਬੰਧਿਤ ਸਾਰੇ ਤੁਹਾਨੂੰ ਪ੍ਰੋਵਾਈਡ ਕਰਾਂਗੇ। ਸੋ ਇੱਕ ਭਾਗ ਹੋਰ ਰਹਿੰਦਾ ਹੈ ਤਾਂ ਭਾਰਤੀ ਸੰਵਿਧਾਨ ਟੌਪਿਕ ਹੈ ਜਿਹੜਾ ਆਪਣਾ ਕੰਪਲੀਟ ਹੋ ਜਾਏਗਾ। ਸੋ ਕੱਲ੍ਹ ਨੂੰ ਕੰਪਲੀਟ ਹੋ ਜਾਏਗਾ। ਸੋ ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ। ਧੰਨਵਾਦ ਜੀ।